TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਖਬਰਾਂ ਵਿਸਥਾਰ ਸਹਿਤ ਮੈਂ ਤੁਹਾਡੇ ਨਾਲ ਵਿਚਾਰਨੀਆਂ ਚਾਹੁੰਦਾ। ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹਨਾਂ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ। ਅਮਰੀਕਾ ਵਿੱਚ ਭਾਰਤੀਆਂ ਦੀ ਬੱਲੇ ਬੱਲੇ। ਦੁਨੀਆ ਭਰ ਵਿੱਚ ਖਾਣੇ ਦੀ ਹੋ ਰਹੀ ਹੈ ਬਰਬਾਦੀ ਤੇ ਕੁਝ ਲੋਕ ਮਰ ਰਹੇ ਨੇ ਭੁੱਖੇ। ਨੌਦੀਪ, शिव कुमार ਅਤੇ ਰਣਜੀਤ ਸਿੰਘ ਤੇ ਹੋਏ ਅਣਮਨੁੱਖੀ ਵਰਤਾਰੇ ਦੀ ਗੂੰਜ ਪੰਜਾਬ ਵਿਧਾਨ ਸਭਾ ਵਿੱਚ ਪਈ। ਪੰਜਾਬ ਵਿਧਾਨ ਸਭਾ ਵਿੱਚ ਖੇਤੀ ਕਾਨੂੰਨਾਂ ਖਿਲਾਫ ਇੱਕ ਵਾਰ ਫਿਰ ਸਰਬਸੰਮਤੀ ਨਾਲ ਮਤਾ ਪਾਸ ਅਤੇ ਕਿਸਾਨ ਆਗੂ ਡੱਲੇਵਾਲਾ ਨੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਬਾਰੇ ਦਿੱਤਾ ਵੱਡਾ ਬਿਆਨ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਮੈਂ ਤੁਹਾਡੇ ਨਾਲ ਵਿਸਥਾਰ ਸਹਿਤ ਚਰਚਾ ਕਰਾਂਗੇ ਤੇ ਕੁਝ ਹੋਰ ਖਬਰਾਂ ਵੀ ਨੇ ਜਿਹੜੀਆਂ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਸ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕੀਤੀ ਜਾਏ, ਉਸ ਤੋਂ ਪਹਿਲਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਖਬਰਾਂ ਵੱਲ ਰੁਖ ਕਰਦੇ ਹਾਂ। ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਇੰਨੀ ਵੀ ਨਹੀਂ ਜਿੰਨੀਆਂ ਵੱਡੀਆਂ ਮੱਲਾਂ ਮਾਰ ਰਹੇ ਨੇ। ਇਸ ਗੱਲ ਦੀ ਪੁਸ਼ਟੀ ਕਿਸੇ ਹੋਰ ਨੇ ਨਹੀਂ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕੀਤੀ ਹੈ। ਉਹਨਾਂ ਆਖਿਆ ਕਿ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਅਮਰੀਕੀ ਲੋਕਾਂ ਦਾ ਇਸ ਵਕਤ ਦਬਦਬਾ ਹੈ ਤੇ ਦਬਦਬਾ ਲਗਾਤਾਰ ਵੱਧ ਵੀ ਰਿਹਾ ਹੈ। ਉਹਨਾਂ ਇਹ ਕਿਹਾ ਕਿ ਹਰ ਖੇਤਰ ਦੇ ਵਿੱਚ ਭਾਰਤੀ ਮੂਲ ਦੇ ਅਮਰੀਕੀ ਛਾ ਰਹੇ ਨੇ। ਵੱਡੀ ਗਿਣਤੀ ਦੇ ਵਿੱਚ ਉਹ ਕਹਿੰਦੇ ਭਾਰਤੀ ਭਾਈਚਾਰੇ ਦੇ ਲੋਕ ਉਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਅਹਿਮ ਅਹੁਦਿਆਂ ਤੇ ਇਸ ਵਕਤ ਨਿਯੁਕਤ ਨੇ। ਬਾਈਡਨ ਨੇ 50 ਤੋਂ ਵੀ ਘੱਟ ਦਿਨਾਂ ਦੇ ਕਾਰਜਕਾਲ ਦੇ ਵਿੱਚ ਆਪਣੇ ਪ੍ਰਸ਼ਾਸਨ ਦੇ ਵਿੱਚ ਹੁਣ ਤੱਕ 55 ਭਾਰਤੀ ਮੂਲ ਦੇ ਅਮਰੀਕੀਆਂ ਨੂੰ ਮਹੱਤਵਪੂਰਨ ਅਹੁਦਿਆਂ ਤੇ ਨਿਯੁਕਤ ਕਰ ਦਿੱਤਾ ਹੈ। ਸਰਕਾਰ ਦੇ ਲਗਭਗ ਸਾਰੇ ਵਿਭਾਗਾਂ ਦੇ ਵਿੱਚ ਭਾਰਤੀ ਮੂਲ ਦੇ ਅਮਰੀਕੀ ਲੋਕਾਂ ਦੀ ਮੌਜੂਦਗੀ ਹੈ, ਭਾਵ ਘੱਟ ਗਿਣਤੀ ਭਾਈਚਾਰਾ ਸਪਸ਼ਟ ਤੌਰ ਤੇ ਉੱਥੇ ਨਜ਼ਰ ਆ ਰਿਹਾ ਹੈ। ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਭਾਰਤੀ ਮੂਲ ਦੇ ਲੋਕ ਵਿਦੇਸ਼ਾਂ ਦੇ ਵਿੱਚ ਇਸ ਵਕਤ ਛਾ ਰਹੇ ਨੇ, ਧੁੰਮ ਮਚਾ ਰਹੇ ਨੇ। ਸਵਾਤੀ ਮੋਹਨ ਤੋਂ ਲੈ ਕੇ ਉਹ ਕਹਿੰਦੇ ਮੇਰੀ ਉਪ ਰਾਸ਼ਟਰਪਤੀ ਕਮਲਾ ਹੈਰਿਸ, ਇੱਥੋਂ ਤੱਕ ਕਿ ਮੇਰਾ ਭਾਸ਼ਣ ਲਿਖਣ ਵਾਲਾ ਵਿਨੇ ਰੈਡੀ ਤੱਕ, ਇਹ ਸਾਰੇ ਦੇ ਸਾਰੇ ਭਾਰਤੀ ਮੂਲ ਦੇ ਲੋਕ ਨੇ। ਬਾਈਡਨ ਨੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਉਹਨਾਂ ਵਿਗਿਆਨੀਆਂ ਦੇ ਨਾਲ ਇੱਕ ਵਰਚੁਅਲ ਗੱਲਬਾਤ ਕੀਤੀ। ਨਾਸਾ ਨੇ 18 ਫਰਵਰੀ ਨੂੰ ਆਪਣੇ ਰੋਵਰ ਪਰਜ਼ਰਵੈਂਸ ਨੂੰ ਮੰਗਲ ਗ੍ਰਹਿ ਦੀ ਸਤ੍ਹਾ ਤੇ ਉਤਾਰਿਆ ਸੀ। ਇਸ ਲਾਲ ਗ੍ਰਹਿ ਤੇ ਨਾਸਾ ਰੋਵਰ ਦੀ ਇਤਿਹਾਸਕ ਲੈਂਡਿੰਗ ਦੇ ਵਿੱਚ ਅਸਲ ਦੇ ਵਿੱਚ ਭਾਰਤੀ ਮੂਲ ਦੀ ਵਿਗਿਆਨਨ ਡਾਕਟਰ ਸਵਾਤੀ ਮੋਹਨ ਦੀ ਸਭ ਤੋਂ ਵੱਡੀ ਜਾਂ ਅਹਿਮ ਭੂਮਿਕਾ ਆਖੀ ਜਾ ਸਕਦੀ ਹੈ। ਉਹ ਇਸ ਮਿਸ਼ਨ ਲਈ ਗਾਈਡੈਂਸ, ਨੈਵੀਗੇਸ਼ਨ ਅਤੇ ਕੰਟਰੋਲ ਆਪਰੇਸ਼ਨ ਦੀ ਅਗਵਾਈ ਕਰ ਰਹੀ ਸੀ, ਜਦਕਿ ਕਮਲਾ ਹੈਰਿਸ ਅਮਰੀਕਾ ਦੀ ਫਸਟ ਮਹਿਲਾ ਸ਼ਾਹਫਾਮ ਉਪ ਰਾਸ਼ਟਰਪਤੀ ਚੁਣੇ ਗਏ ਹੈ। ਉਹਨਾਂ ਨੇ ਵੀ 20 ਜਨਵਰੀ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਜੋ ਬਾਈਡਨ ਦੇ ਨਾਲ ਹੀ ਸਹੁੰ ਚੁੱਕੀ ਸੀ। ਤੇ ਇਹ ਵੀ ਪਹਿਲੀ ਵਾਰੀ ਹੋ ਰਿਹਾ ਹੈ ਕਿ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਜਦੋਂ ਸਹੁੰ ਲਈ ਬਾਈਡਨ ਨੇ, ਤੇ ਉਹਨਾਂ ਦੇ ਇਸ ਵਕਤ ਪ੍ਰਸ਼ਾਸਨ ਦੇ ਵਿੱਚ ਅਹਿਮ ਅਹੁਦਿਆਂ ਤੇ ਅੱਜ ਤੱਕ ਸਭ ਤੋਂ ਵੱਧ ਗਿਣਤੀ ਦੇ ਵਿੱਚ ਭਾਰਤੀ ਮੂਲ ਦੇ ਅਮਰੀਕੀ ਨਿਯੁਕਤ ਨੇ ਜਾਂ ਨਾਮਜ਼ਦ ਕੀਤੇ ਗਏ ਨੇ। ਅਮਰੀਕਾ ਦਾ ਇਹ ਪਹਿਲਾ ਪ੍ਰਸ਼ਾਸਨ ਹੈ ਜਿਸ ਦੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਅਹਿਮ ਤੇ ਵੱਡੇ ਅਹੁਦਿਆਂ ਦੇ ਉੱਤੇ ਭਾਰਤੀ ਮੂਲ ਦੇ ਲੋਕ ਤਾਇਨਾਤ ਕੀਤੇ ਗਏ ਹੋਣ। ਉਹਨਾਂ ਡਾਕਟਰ ਵਿਵੇਕ ਮੂਰਤੀ ਨੂੰ ਅਮਰੀਕਾ ਦਾ ਸਰਜਨ ਜਨਰਲ, ਵਨੀਤਾ ਗੁਪਤਾ ਨੂੰ ਨਿਆਂ ਵਿਭਾਗ ਲਈ ਐਸੋਸੀਏਟ ਅਟਾਰਨੀ ਜਨਰਲ ਨਾਮਜ਼ਦ ਕੀਤਾ। ਇਹਨਾਂ ਦੀਆਂ ਨਿਯੁਕਤੀਆਂ ਤੇ ਮੋਹਰ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ। ਸਟਾਰ ਟਰੈਕ ਦੇਖਣ ਤੋਂ ਮਿਲੀ ਨਾਸਾ ਦੀ ਪ੍ਰੇਰਨਾ ਦੇ ਬਾਬਤ ਦੱਸਿਆ ਗਿਆ। ਸਵਾਤੀ ਦਰਅਸਲ ਬੈਂਗਲੁਰੂ ਦੇ ਵਿੱਚ ਪੈਦਾ ਹੋਈ। ਸਵਾਤੀ ਮੋਹਨ ਨੇ ਰਾਸ਼ਟਰਪਤੀ ਬਾਈਡਨ ਨੂੰ ਗੱਲਬਾਤ ਕਰਦਿਆਂ ਦੱਸਿਆ ਕਿ ਨਾਸਾ ਵਿੱਚ ਆਉਣ ਦਾ ਰਸਤਾ ਉਹਨਾਂ ਦਾ ਉਸ ਵਕਤ ਖੁੱਲ੍ਹਿਆ ਜਦੋਂ ਉਹ ਬਚਪਨ ਵਿੱਚ ਸਨ ਅਤੇ ਸਟਾਰ ਟਰੈਕ ਦੀ ਇੱਕ ਕੜੀ ਦੇਖਿਆ ਕਰਦੀ ਸੀ ਤੇ ਉਸ ਟੀਵੀ ਸ਼ੋਅ ਨੂੰ ਦੇਖਣ ਤੋਂ ਬਾਅਦ ਉਹਨੂੰ ਨਾਸਾ ਨਾਲ ਜੁੜਨ ਦੀ ਪ੍ਰੇਰਨਾ ਮਿਲੀ। ਤੁਸੀਂ ਦੇਖੋ ਕਿ ਕਿੱਡੀ ਵੱਡੀ ਪ੍ਰਾਪਤੀ ਹੈ। ਪਰ ਇਹੋ ਹੀ ਹੈ ਕਿ ਜੇਕਰ ਅਸੀਂ ਕੋਈ ਟੀਵੀ ਦੇ ਉੱਤੇ ਸ਼ੋਅ ਦੇਖਦੇ ਹਾਂ, ਅਸੀਂ ਉਸ ਨੂੰ ਦੇਖਦੇ ਕਿਹੜੇ ਤਰੀਕੇ ਨਾਲ। ਕਈ ਲੋਕ ਨੇ ਉਹ ਸਿਰਫ ਉਹਨੂੰ ਇਹ ਦੇਖਦੇ ਆ ਕਿ ਮੈਂ ਜਿਹੋ ਜਿਹਾ ਉਹ ਫੈਸ਼ਨ ਹੈ ਉਸ ਤਰ੍ਹਾਂ ਦਾ ਫੈਸ਼ਨ ਕਰਨਾ ਹੈ। ਕਈ ਲੋਕ ਦੇਖਦੇ ਆ ਕਿ ਜਿਸ ਤਰ੍ਹਾਂ ਉਹਨਾਂ ਨੇ ਘਰ ਡੈਕੋਰੇਟ ਕੀਤਾ ਹੈ, ਮੈਂ ਘਰ ਡੈਕੋਰੇਟ ਕਰਨਾ ਹੈ। ਪਰ ਕਈ ਲੋਕ ਜਿਹੜੀਆਂ ਉਹਦੇ ਵਿੱਚ ਲੜਾਈ ਝਗੜੇ ਦੀਆਂ ਗੱਲਾਂ ਵੀ ਨੇ ਉਹ ਵੀ ਸਿੱਖ ਲੈਂਦੇ ਨੇ। ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਦੇਖ ਕੇ ਉਹਦੇ ਤੋਂ ਪ੍ਰਭਾਵ ਕਿਹੋ ਜਿਹਾ ਲੈਣਾ ਹੈ। ਪਰ ਅੱਜ ਸਵਾਤੀ ਹੋ ਰਹੀ ਹੈ
क्योंकि उन्होंने कोई चंगी सिक्ख्या, कोई चंगी प्रेरणा लई। अगली खबर दुनिया के भावें असीं किसी भी कोने विच रहिंदे होईए, सारिਆਂ ਦੇ वास्ते बहुत महत्वपूर्ण खबर है, क्योंकि असीं वेखदे हां कि बहुत सारे मुल्कां दे विच भुखमरी है। बहुत सारिਆਂ ਨੂੰ छड्ड के भारत के भी कई खेत्र इस तरह के होणगे, खास करके कई तबके जां फिरके इस तरह के है जिन्हां नूं 2 वक्त की रोटी ढिड भर के मिलती नहीं, तो कुछ वो लोग भी ने ਜਿਹੜੇ बेसुआदा भोजन होने कारण नक बुल मारते हैं, भोजन अपनी प्लेट के विच छड्ड दिंदे आ, बर्बाद कर दिंदे आ। जां कुछ वो लोग भी ने ਜਿਹੜੇ अपनी थाली ਦੇ ਵਿੱਚ ਲੋੜ ਤੋਂ ਵੱਧ ਭੋਜਨ ਪਰੋਸ ਲੈਂਦੇ ਨੇ, ਖਾਂਦੇ ਪੂਰਾ ਨਹੀਂ, ਤੇ ਉਹ ਡਸਟਬਿਨ ਵਿੱਚ ਜਾਂਦਾ ਹੈ, ਉਹ ਗਾਰਬੇਜ ਵਿੱਚ ਜਾਂਦਾ, ਉਹ ਕੂੜਾਦਾਨ ਵਿੱਚ ਜਾਂਦਾ ਹੈ। ਪਰ ਕੁਝ ਲੋਕ ਤੁਸੀਂ ਉਹ ਵੀ ਦੇਖੇ ਹੋਣਗੇ ਕਿ ਉਸ ਕੂੜਾਦਾਨ ਦੇ ਵਿੱਚੋਂ ਚੁੱਕ ਕੇ ਪਲੇਟਾਂ ਚੱਟ ਰਹੇ ਨੇ। ਕੁਝ ਲੋਕ ਨੇ ਫਰੂਟ ਖਾਂਦੇ ਨਹੀਂ ਕਿ ਆਹ ਨਹੀਂ ਖਾਣਾ, ਉਹ ਨਹੀਂ ਖਾਣਾ। ਕਈ ਲੋਕ ਤੁਸੀਂ ਅੰਬ ਦੇ ਛਿਲਕੇ ਅਤੇ ਕੇਲਿਆਂ ਦੇ ਛਿੱਲੜ ਚੁੱਕ ਵੀ ਖਾਂਦੇ ਵੇਖੇ ਹੋਣਗੇ। ये लगभग बहुत सारे मुल्कों के तरासदी है। पर हुण आ संयुक्त राष्ट्र की एक रिपोर्ट है जिहड़ी मैं तुहाडे नाल साझी करनी चाहुंदा कि साल 2019 विच एक अनुमान के मुताबक समुची दुनिया च, भाव दुनिया भर च 93 करोड़ 10 लाख टन भोजन बर्बाद किया गया। तो भारत दे विच भी इंज ही होया। तो भारत दे विच बर्बाद किए भोजन की मात्रा 6 करोड़ ते 87 लाख टन दसी गई है। संयुक्त राष्ट्र वातावरण प्रोग्राम ਅਤੇ हिस्सेदार संगठन WRAP ਵੱਲੋਂ एक जारी बर्बादी इंडैक्स रिपोर्ट 2021 ਦੇ ਵਿੱਚ इस गल का जिक्र है कि 2019 ਦੇ ਵਿੱਚ 93 करोड़ 10 लाख टन भोजन बर्बाद किया गया, जिस ਦੇ ਵਿੱਚੋਂ 61% भोजन घरां 'ਚ बर्बाद किया गया, 26% खाद सेवावां ਤੇ 13% परचून ਦੇ राਹੀਂ बर्बाद किया गया। इस रिपोर्ट के विच ये दस्सिया गया तो इशारा यह किया गया है कि कुल ग्लोबल खाद उत्पादन का 17% हिस्सा जिहड़ा असी उगाया वो बर्बाद कर दिता गया। 17% हिस्सा। इस एजेंसी ने कहा कि इसकी मात्रा 40 टन समर्था वाले 2 करोड़ 30 लाख 40 टन समर्था वाले 2 करोड़ 30 लाख पूरी तरह नाल भरे ट्रकों के बराबर होने का अनुमान है। तुसीं आप हिसाब ला लो कितना भोजन लोगों ने बर्बाद किया है। तो भारत के घरों में बर्बाद होने वाले खाद पदार्थ की मात्रा हरेक साल प्रति व्यक्ति 50 किलोग्राम का अनुमान है। इस तरह अमेरिका के घरों में बर्बाद होने वाले खाद पदार्थों की मात्रा प्रति साल हरेक व्यक्ति 59 किलोग्राम या एक साल में 1 करोड़ 93 लाख 59,951 टन है। चीन दे विच यही मात्रा प्रति व्यक्ति प्रति साल 64 किलोग्राम या एक साल में 9 करोड़ 16 लाख 46,213 टन दसी जा रही है। UNEP की कार्यकारी निर्देशक इंगर एंडरसन ने कहा कि जेकर असी जलवायु तब्दीली, कुदरत और जैव विभिन्नता के खोरन और प्रदूषण से बर्बादी जहे संकटां नाल नजिठना चाहुंदे हैं ਅਤੇ ਨਜਿੱਠਣ वास्ते गंभीर है तो सानू कारोबारां च, सरकारां नूं, दुनिया भर विच लोकां नूं आ जिहड़ी असीं भोजन की बर्बादी खुद कर रहे हैं, कुल दुनिया के खाद पदार्थों का 17% असीं बर्बाद कर दिता है। इहदे उत्ते सोचना पेगा कि जिहड़े लोकां नूं रोटी नसीब नहीं हुंदी तां उन्हां लोकां नूं रोटी ढिड भर नहीं मिल सकदी सी। पर हुण अपने अपने ते असीं ख्याल लाइए कि किन्नी वारी असीं ये कह के खाण पदार्थ नहीं खाते कि मैनूं ये स्वाद नहीं लगता, आ तां मैनूं दाल ही स्वाद नहीं, आ तां मैनूं सब्जी स्वाद नहीं। जां किसी विआह शादी च जाइए तुसीं वेखिओ कि उत्थे किहड़े हिसाब नाल ਉਹ गारबेज दे विच तुहाडा छड्डिया होया खाना पा रहे हुंदे ने। ते कुछ वो बच्चे भी हुंदे ने जिहड़े वेखदे हुंदे ने कि किसी ड्रम दे विच झूठा खाना पाउण ते असीं उह चों कढीए ते खाईए, क्योंकि भुख की नहीं करवाउंदी। भुख बहुत कुछ करवा दिंदी है, जिवें नींद बिस्तरा नहीं देखती ना, भुख मास नहीं देखती। सो साडे गुरु साहिबान तुसीं देखो कि अज तो किन्नियां सदियां पहलां इस गल का जिक्र करके गए है कि झूठ नहीं छड्डणी। कारण की सी कि असीं ओना लवांगे जिन्नी सानूं जरूरत है, ते नाल इह सी कि जिहड़ा असीं वाधू पदार्थ लेना वो किसी दे होर हिस्से आ जाएगा। सो अज भी चीज़ां ओनियां ही जिन्नियां अज तो कई सदियां पहलां गुरु साहिबानां ने सुझाईआं सी, उस तरीके नाल अज भी इन्हां दी महत्ता बरकरार है।
अगली खबर जहरीली शराब मामले की है। जहरीली शराब कांड दे विच 9 व्यक्तियों को फांसी ते 4 नूं उम्र कैद की सज़ा सुना दी है। काश इस तरह की खबर पंजाब वाले पासियों भी मिले। बिहार दे विच नीतीश कुमार सरकार ने शराबबंदी लागू की सी। शराबबंदी च घटिया ते जहरीली शराब का धंधा जोरां शोरां नाल चलिया। यही जहरीली शराब पीण दे कारण वड्डी गिणती विच लोकां नूं अपनी जान तो हत्थ धोने पे। 16 अगस्त ते 2016 नूं गोपालगंज के खजूरबानी महल्ले दे विच जहरीली शराब लोगों ने पीती। उन्हां दे विचों 19 व्यक्तियों की मौत हुई सी। 6 होरनां दी अखां दी रोशनी चली गई सी। इस कांड विच विशेष अदालत ने अज सख्त रुख अपनाउंदे होए 13 दोषियों दे विचों 9 दोषियों नूं फांसी की सज़ा अते 4 औरतां नूं उम्र कैद की सज़ा सुना दी है। मानयोग जज ने एक्साइज एक्ट अधीन सारे दोषियों के उत्ते 10-10 लाख रुपए का नाल जुर्माना भी ठोकिया। दसना बनता है कि बिहार दे विच शराबबंदी 5 अप्रैल 2016 नूं लागू की गई सी। 5 साल इस चले मुकदमे तो बाद इस मामले दे विच 26 फरवरी नूं 14 दे विचों 13 व्यक्तियों नूं दोषी करार दिता गया सी ते अज उन्हां नूं सज़ा सुनाई गई। इस कांड का मास्टरमाइंड रुपेश शुक्ला उर्फ पंडित हाले फरार दसिया जा रहा है। अदालत ने उसके विरुद्ध रैड वारंट जारी करके उसनूं भगौड़ा लानिया होया है। 15 अगस्त ते 2016 की रात इन्हां लोकां नूं जहरीली शराब पीण दे कारण सेहत दे विच खराबी महसूस हुई ते अगली सवेर भाव 16 अगस्त तक कई जाना इस जहरीली शराब ने अपनी बुक्कल विच लै लईआं सन ते शाम होण तक ये मौतां की गिणती का अंकड़ा वध के 19 हो गया सी। तरथली मच गई सी। जहरीली शराब कांड ते हंगामे होए सन। पुलिस ने 16 ते 17 अगस्त नूं छापेमारी करके वड्डी गिणती विच शराब भी बरामद की सी। पुलिस की कार्रवाई तो एक गल स्पष्ट हो गई सी कि खजूरबानी महल्ले विच जहरीली शराब पीण दे कारण ये मौतां होईआं ने ते शहर दे एक होर पुलिस थाणे दे विच 14 व्यक्तियों के विरुद्ध FIR दर्ज की गई सी। एक मुलजम ग्रहणपासी की मौत होने कारण 13 मुलजमां के विरुद्ध फिर यह मुकदमा चलता रहा। सुनवाई दौरान इस्तगासा पक्ष ने कुल 7 गवाहां नूं पेश किया ते फैसले के विरुद्ध पता लग्या कि हुण हाई कोर्ट दे विच अपील की जानी है, क्योंकि विशेष अदालत का फैसला आउण तो बाद दोषियों के परिवारक मैंबर अदालत कंपलैक्स विच उच्ची उच्ची रोंदे नज़र आए। कुछ उत्थे हंगामा करते नज़र आए तो दोषियों के वकीलों ने कहा है कि इस फैसले के खिलाफ वो हाई कोर्ट विच अपील करनगे। तो ये नाल ही एक होर मामला भी जुड़िया होया, क्योंकि मामला ये सी कि गोपालगंज विच नगर थाणा दे नाल लगदे मुहल्ला खजूरबानी दे विच जदों शराब कांड वापरदा ते उहदे पिछों थाणे दे सारे मुलाजमां नूं मुअत्तल कर दित्ता सी। बाद दे विच बिहार सरकार ने उन्हां नूं बरतरफ कर दित्ता सी। पुलिस मुलाजमां दी बरतरफी दे हुक्मां नूं इसे साल 4 फरवरी नूं हाई कोर्ट ने फिर रद्द कर दिता सी। पहला मामला सी कि इस शराब कांड तो बाद पूरे का पूरा थाणा मुअत्तल किया गया होवे। हुण आपां दूसरे पासे पंजाब दे वल थोड़ा झत्ती मारते हैं। पंजाब दे विच गुरदासपुर, तरनतारन ते अमृतसर जिलिਆਂ दे विच लगभग 125 लोकां दी मौत, कुछ एक लोकां दीयां जिंदगियां दे नाल खिलवाड़ ते कईयां दे परिवार उजड़े। आ देखो कि अज सज़ावां सुणाईयां ने 9 दोषियों नूं फांसी, 4 नूं उम्र कैद। जिन्हां नूं उम्र कैद सुनाई आ वो औरतां ने, शायद इस करके उन्हां नूं उम्र कैद की सज़ा सुनाई होवे। पर पंजाब दे विच लगभग साल हो चले है, मामला कित्थे क खड़ा है तो दूसरे पासे सरकार रोज़ाना साह नहीं लैंदी थकदी। वो कहती है कि असीं नशियां दा लक तोड़ दिता है। संथैटिक नशियां की गल छड्डीए, आ तां शराब पी के 125 दे लोग 125 दे नेड़ तेड़ मौत के मूँह विच गए सी लोग। अगली खबर जिहड़ी तुहाडे नाल साझी करनी है वो अणमनुखी वरतारे की गूंज पई है पंजाब विधान सभा दे विच, क्योंकि पंजाब विधान सभा का बजट सैशन चल रहा है। असल विच पुलिस वल्लों दर्ज किए केसां दे विच मनुखी अधिकारां की उलंघना का मामला ये सामने आ रहा है। इहदी हुण घोख करन दे वास्ते सदन दे विच अपनी रिपोर्ट पेश करेगी एक कमेटी का गठन किया गया है। सिफर काल के दौरान MLA विक्रम मजीठिया ने नौदीप और शिव कुमार ते पुलिस वालों किए गए अणमनुखी वरतारे का मुद्दा चुकया। निंदा मता लियाउण ते पास करने की मंग भी उन्होंने की। मजीठिया ने कहा कि नौदीप कौर ने
उसते प्राइवेट अंगां ते हरियाणा पुलिस वालों सट्टां मारन की गल आखी सी। शिव कुमार की लत्त टुटी हुई सबरां नूं नज़र आ रही है, उत्ते पलास्तर लग्या होया है। उन्हां तिहाड़ जेल੍ਹ दे विच बंद एक सिख नौजवान की दाढ़ी पुट्टण, पग ते जुत्ती मारन दा मामला भी चुक्या। दिल्ली के जेल੍ਹ मंत्री ते भी उन्होंने गंभीर दोष लगाए। मजीठिया ने कहा कि दिल्ली का जेल੍ਹ मंत्री पंजाबियों की जमानत होने ते रोकां खड़ियां कर रहा है। विरोधी धिर के नेता हरपाल सिंह चीमा ने फिर मजीठिया की इस गल का विरोध किया। वो कहता आम आदमी पार्टी की सरकार दिल्ली विच पंजाबियों का किसानों दी जमानतां कराउण दे वास्ते अपने वकीलों का पैनल बनाई बैठी है, तो तुसीं इल्जाम लाई जा रहे हो दिल्ली सरकार ते। हर रोज़ मुलाकात करवाई जाती है। उन्होंने कहा कि जेल੍ਹ मंत्री ने केंद्र सरकार वालों स्टेडियम नूं जेलों का दर्जा देने का विरोध किया। उन्होंने कहा कि दिल्ली पुलिस दिल्ली सरकार भाव केजरीवाल सरकार के अधीन नहीं। मजीठिया साहब गलत बयानी ना करो। दिल्ली पुलिस केंद्रीय गृह मंत्रालय के अधीन आती है। तो फिर आप दे बागी विधायक सुखपाल खਹਿਰਾ ने ਸਿੰਘੂ सरहद ते रणजीत सिंह ते दिल्ली पुलिस वालों तशद्दद करने का मुद्दा उठा लिया गया। उन्होंने मजीठिया की गल का समर्थन करदियां कहा कि रणजीत सिंह उस वक्त लंगर वरता रहा सी जदों उसनूं चुक लिया गया। पुलिस वालों रणजीत सिंह के मूँह अते पग ते जुत्ती रख के खड़े होने की वीडियो ते फोटो तुहाडे विचों बहुत सारे ने देखी होनी है, वायरल हुई सी। वो कहते ये मामला छोटा नहीं, इनू बहुत गंभीरता नाल लेना चाहिए। ये पंजाबियों नाल, ये सिखां नाल गैर मनुखी वरतारे की गल है। कंवर संधू ने भी इस गल की प्ररोड़ता की। वो कहते सदन की कमेटी बनाई जाए, तो सदन के मुखी कैप्टन अमरिंदर सिंह ने कमेटी बनाउण ते सहमति प्रगट की ਅਤੇ स्पीकर राणा केपी ने कमेटी बनाउण दा फिर ऐलान भी कर दिता। तो दूसरे पासे खਹਿਰਾ, चीमा, संधवा ये सारे भिड़दे भी नज़र आए। असल दे विच खਹਿਰਾ नाल भिड़े चीमा, संधवा ते सुखपाल एक दूसरे नाल ये विरोध करते नज़र आए, क्योंकि जदों संधवा ने विरोध करदियां पुछया कि यह दस्सिया जावे कि सुखपाल खਹਿਰਾ किहड़ी पार्टी का बंदा भी इत्थे। खਹਿਰਾ ने फिर तलख ते सख्त शब्दों का प्रयोग किया। संधवा नूं आखण वास्ते, बैठण वास्ते आख्या कि बह जा। इस ते दोवां दे विच तिखी बहस नज़र आई। संधवा के बचाव वास्ते फिर हरपाल सिंह चीमा अगे आ गए, तो खਹਿਰਾ ने तिखे शब्द कहे तो तिखी बहस सदन दे विच नज़र आई। हालात ये बन गए कि चीमा ते खਹਿਰਾ आख नूं तू मैं ते उतर आए। फिर स्पीकर ने संधवा नूं शांत करदियां कहा कि पार्टी होना कोई जरूरी नहीं, सदन का मैंबर होना जरूरी है। उन्होंने कहा कि हरेक मैंबर नूं सदन के अंदर बोलण का अधिकार भी है। हुण अज 100 दिन हो रहे हैं। संयुक्त किसान मोर्चा ने कई प्रोग्राम उलीके जिन्हां दे विचों अज KMP नूं कई घंटिਆਂ ਦੇ ਲਈ जाम भी किया जाना है। उन्होंने कहा सी कि जिहड़े लोग इस वक्त मोर्चे दे विच नहीं पहुँच सकते पर उन्हां दी हमदर्दी ते समर्थन नाल है, वो अपने घरां ते, अपने दफ्तरां ते, अपने कारोबारां ते, अपनियां गड्डियां ते, अपने ट्रैक्टरां ते, अपने स्कूटर मोटरसाइकिलों ते कालियां झंडियां लाउण। ते दूसरे पासे पंजाब विधान सभा के अज 5वें दिन की कार्रवाई दे विच भी हंगामे होंदे रहे। तो ये मुद्दा भी गूंजिया जिहड़े तिन्ने किसानी बिल ने। इसी दौरान कैप्टन अमरिंदर सिंह ने जदों भाषण देना शुरू कर दिता तो विरोधी धिरां हंगामा करन लगियां, क्योंकि हंगामे तो बाद पंजाब सरकार दे वल्लों तिन्ने खेती कानून इन्हां दे खिलाफ एक सर्बसम्मति नाल मुड़ तो मता पास किया गया। असल विच जदों सदन दे विच मुख मंत्री कैप्टन अमरिंदर सिंह भाषण देण लगे, भाषण की शुरुआत की तो विरोधी धिरां जम के हंगामा करन लग पईआं। कारण की सी? क्योंकि कैप्टन अमरिंदर सिंह भाषण शुरू करते हैं, आम आदमी पार्टी ते अकाली दल के विधायक जम के कैप्टन के खिलाफ हंगामा करन लगते हैं। विरोधियों का हंगामा देख के कैप्टन अमरिंदर सिंह नूं अपना भाषण 2 बार रोकना पिया ते 15-15 मिनट की ब्रेक लैनी पई, क्योंकि सदन 15-15 मिनट वास्ते मुलतवी करना पिया। कारण यह बनिया कि जदों कैप्टन अमरिंदर सिंह सदन दे विच बोलण लगे, पंजाबी तो शायद उन्होंने अलर्जी है, उन्होंने अपना भाषण अंग्रेजी दे विच शुरू कर लिया ते अपनियां सरकार दीयां प्राप्तियां गणवाउण लग पे। इसी दौरान आम आदमी पार्टी भी, उधर श्रोमणी अकाली दल भी वो कैप्टन के विरुद्ध जम के नारेबाजी करन लग पे, हत्थां विच तख्तियां लैके सामने पहुँच गए। वो कहंदे शर्म करो, पंजाब दे मुख मंत्री हो तुसीं, पंजाब दे लोकां नूं गल सुना रहे हो तुसीं,
ਤੇ ਅੰਗਰੇਜ਼ੀ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਜਿਹੜੇ ਸੂਬੇ ਦਾ ਨਾਂ ਉਹਦੀ ਬੋਲੀ ਤੇ ਰੱਖਿਆ ਗਿਆ ਹੋਵੇ, ਜਿਸ ਨੂੰ ਬੋਲੀ ਦੇ ਆਧਾਰ ਤੇ ਸੂਬਾ ਬਣਾਉਣ ਵਾਸਤੇ ਮੋਰਚੇ ਲਾਉਣੇ ਪਏ ਹੋਣ, ਅੱਜ ਉਹਦਾ ਮੁੱਖ ਮੰਤਰੀ ਸਦਨ ਦੇ ਵਿੱਚ ਅੰਗਰੇਜ਼ੀ ਬੋਲ ਰਿਹਾ ਸੀ, ਜਿਹਦੇ ਕਾਰਨ ਵਿਰੋਧੀ ਧਿਰਾਂ ਨੇ ਉਸ ਦਾ ਵਿਰੋਧ ਵੀ ਕੀਤਾ। ਜਦੋਂ ਤਖਤੀਆਂ ਲੈ ਕੇ ਵਿਰੋਧੀ ਧਿਰਾਂ ਪਹੁੰਚੀਆਂ ਤਾਂ ਕਾਂਗਰਸ ਦੇ ਖਿਲਾਫ ਉਹ ਜੰਮ ਕੇ ਭੜਾਸ ਕੱਢ ਰਹੀਆਂ ਸੀ। ਇਸੇ ਦੌਰਾਨ ਫਿਰ ਅਕਾਲੀ ਦਲ ਨੇ ਸਦਨ ਦੇ ਵਿੱਚੋਂ ਵਾਕਆਊਟ ਵੀ ਕੀਤਾ। ਫਿਰ ਉਧਰ ਸੱਤਾਧਾਰੀ ਬੈਂਚਾਂ ਵਾਲੇ ਪਾਸਿਓਂ ਆਵਾਜ਼ਾਂ ਆਉਣ ਲੱਗੀਆਂ, ਉਹ ਸ਼ਰਮ ਕਰੋ, ਸ਼ਰਮ ਕਰੋ। ਤੇ ਇਸੇ ਦੌਰਾਨ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਵਿੱਚ ਰਾਜਪਾਲ ਦੇ ਭਾਸ਼ਣ ਤੇ ਧੰਨਵਾਦ ਮਤੇ ਤੇ ਆਪਣੀ ਤਕਰੀਰ ਦੇ ਵਿੱਚ ਕਿਸਾਨ ਅੰਦੋਲਨ ਤੇ ਵਿਚਾਰ ਪੇਸ਼ ਕਰਦਿਆਂ ਕਿਹਾ, ਕਿਉਂਕਿ ਉਹਨੂੰ ਮੌਕਾ ਲੱਗ ਗਿਆ ਫਿਰ ਹੁਣ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਰਗੜੀਏ। ਜਦ ਆਪਣੀ ਉਹ ਤਕਰੀਰ ਕਰ ਰਹੇ ਸਨ ਤੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਉਹਨਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਕਹਿੰਦੇ ਇਹਨਾਂ ਨੇ ਦੋਵਾਂ ਨੇ ਇਸ ਮੁੱਦੇ ਤੇ, ਖੇਤੀ ਕਾਨੂੰਨਾਂ ਦੇ ਮੁੱਦੇ ਤੇ ਦੋਗਲਾਪਣ ਦਿਖਾਇਆ, ਪੰਜਾਬ ਦੇ ਲੋਕਾਂ ਨਾਲ ਧਰੋਹ ਕਮਾਇਆ, ਦਗਾ ਕਮਾਇਆ। ਇਸ ਮੌਕੇ ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੀ ਮੀਟਿੰਗ ਦੇ ਵਿੱਚ ਅਕਾਲੀ ਦਲ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ। ਮੈਂ ਕਿਸੇ ਨੂੰ ਜਲੀਲ ਨਹੀਂ ਕਰਨਾ ਚਾਹੁੰਦਾ, ਪਰ ਕਹਿੰਦੇ ਮੈਂ ਸੱਚ ਹੈ, ਸੱਚ ਤਾਂ ਸੱਚ ਹੀ ਰਹੇਗਾ। ਖੇਤੀਬਾੜੀ ਮੰਤਰੀ ਤੋਮਰ ਤੇ ਉਹ ਵੀ ਖੁੱਲ੍ਹ ਕੇ ਵਰੇ। ਤੋਮਰ ਤੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਲਖ ਟਿੱਪਣੀ ਕੀਤੀ। ਬੀਤੇ ਦਿਨੀ ਤੁਹਾਨੂੰ ਯਾਦ ਹੋਣਾ, ਤੁਹਾਡੇ ਨਾਲ ਖਬਰਾਂ ਦੇ ਰੂਪ ਵਿੱਚ ਸਾਂਝੀ ਕੀਤੀ ਸੀ ਖਬਰ ਕਿ ਤੋਮਰ ਦੇ ਵੱਲੋਂ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਹੋਈਆਂ ਮੌਤਾਂ ਤੇ ਦਿੱਤੇ ਬਿਆਨ ਤੇ ਤਲਖ ਟਿੱਪਣੀ ਕਰਦੇ ਹੋਏ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਕਿ ਕਿਸਾਨਾਂ ਨੂੰ ਚਾਹੀਦਾ ਕਿ ਇਸ ਮੰਤਰੀ ਨੂੰ ਪੁੱਠਾ ਡੰਗ ਦਿੱਤਾ ਜਾਵੇ। ਤੁਸੀਂ ਦੇਖੋ ਕਿ ਕਿੱਡੀ ਤਲਖ ਟਿੱਪਣੀ ਕੀਤੀ ਹੈ। ਇਸੇ ਮੌਕੇ ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਤੇ ਅਕਾਲੀ ਦਲ ਦਾ ਦੂਹਰਾ ਸਟੈਂਡ ਹੈ। ਉਹਨਾਂ ਇਹ ਵੀ ਕਿਹਾ ਕਿ ਇੱਥੇ ਕੁਝ ਹੋਰ ਕਹਿੰਦੇ ਆ, ਉੱਥੇ ਕੁਝ ਹੋਰ ਕਹਿੰਦੇ ਆ। ਇਹਨਾਂ ਨੇ ਤਾਂ ਦੋਹਰੇ ਮਾਪਦੰਡ ਅਪਣਾ ਕੇ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ। ਉਹਨਾਂ ਕਿਹਾ ਕਿ ਅਕਾਲੀ ਲਗਾਤਾਰ ਆਪਣਾ ਪੈਂਤੜਾ ਬਦਲਦੇ ਰਹੇ ਹੈ ਅਤੇ ਹੁਣ ਕਿਸਾਨ ਪੱਖੀ ਹੋਣ ਦਾ ਦਾਅਵਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤਾਂ ਸ਼ੁਰੂ ਵਿੱਚ ਉਹਨਾਂ ਦੀ ਸਰਕਾਰ ਤੇ ਹੀ ਦੋਸ਼ ਲਾਏ ਸੀ ਕਿ ਉਸ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਅਕਾਲੀ ਪ੍ਰਧਾਨ ਨੇ ਤਾਂ ਇਹ ਦਾਅਵਾ ਵੀ ਕੀਤਾ ਸੀ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨੇ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਸੁਖਬੀਰ ਬੇਸ਼ਰਮੀ ਨਾਲ ਆਪਣੇ ਪਹਿਲੇ ਸਟੈਂਡ ਤੋਂ ਪਿੱਛੇ ਹਟਿਆ, ਪਹਿਲੇ ਸਟੈਂਡ ਤੋਂ, ਅਤੇ ਇਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਉਤਰ ਆਇਆ। ਉਹਨਾਂ ਨੇ 25 ਜੂਨ 2020 ਦੇ ਇੱਕ ਪੱਤਰ ਦਾ ਕੁਝ ਹਿੱਸਾ ਵੀ ਪੜ੍ਹ ਕੇ ਸੁਣਾਇਆ, ਜਿਸ ਵਿੱਚ ਸੁਖਬੀਰ ਬਾਦਲ ਪੂਰੀ ਤਰ੍ਹਾਂ ਖੇਤੀ ਕਾਨੂੰਨਾਂ ਦੀ ਪਿੱਠ ਤੇ ਖੜਾ ਹੋਇਆ ਸੀ। ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਇਹਨਾਂ ਆਰਡੀਨੈਂਸਾਂ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਜੋ ਸੰਘੀ ਢਾਂਚੇ ਜਾਂ ਕਿਸਾਨਾਂ ਦੇ ਖਿਲਾਫ ਜਾਂਦਾ ਹੋਵੇ। ਸੁਖਬੀਰ ਨੇ ਉਸ ਚਿੱਠੀ ਵਿੱਚ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰ ਇਸ ਬਾਰੇ ਸਪਸ਼ਟ ਨਾ ਹੋਈ ਤਾਂ ਜਿਸ ਵੇਲੇ ਸਰਕਾਰ ਸੰਸਦ ਵਿੱਚ ਬਿੱਲ ਪੇਸ਼ ਕਰਦੀ ਹੈ ਉਸ ਵੇਲੇ ਅਸੀਂ ਮੁਲਕ ਦੇ ਕਿਸਾਨਾਂ ਨੂੰ ਸੰਸਦ ਦੇ ਅੰਦਰੋਂ ਵੀ ਘੱਟੋ ਘੱਟ ਸਮਰਥਨ ਮੁੱਲ ਅਤੇ ਖਰੀਦ ਬਾਰੇ ਭਰੋਸਾ ਦੇਵਾਂਗੇ। ਉਹਨਾਂ ਅੱਗੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੇ ਇਸ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਰਾਏ ਦਾ ਸਪਸ਼ਟ ਕਥਨ ਕਰਾਰ ਦਿੱਤਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਖੇਤੀ ਕਾਨੂੰਨਾਂ ਦੇ ਜੋ ਅਰਥ ਕੱਢੇ ਜਾ ਰਹੇ ਨੇ ਕਿ ਇਹ ਕਾਨੂੰਨ ਘੱਟੋ ਘੱਟ ਸਮਰਥਨ ਮੁੱਲ ਅਤੇ ਖਰੀਦ ਲਈ ਤਬਾਹਕੁਨ ਸਾਬਤ ਹੋਣਗੇ, ਪੂਰੀ ਤਰ੍ਹਾਂ ਗਲਤ ਨੇ। ਉਹਨਾਂ ਕਿਹਾ ਕਿ ਬਹੁਤ ਬਾਅਦ ਵਿੱਚ ਜਦੋਂ ਅਕਾਲੀਆਂ ਨੂੰ ਕਿਸਾਨਾਂ ਦੇ ਰੋਹ ਦਾ ਸੇਕ ਲੱਗਣਾ ਸ਼ੁਰੂ ਹੋਇਆ ਅਤੇ ਇਸ ਮੁੱਦੇ ਤੇ ਸਿਆਸੀ ਹੋਣ ਦਾ ਖਤਰਾ ਪੈਦਾ ਹੋਇਆ ਤਾਂ ਉਸ ਵੇਲੇ ਉਹਨਾਂ ਨੇ ਆਪਣੇ ਪਹਿਲੇ ਸਟੈਂਡ ਤੋਂ ਪੈਰ ਪਿੱਛੇ ਖਿੱਚੇ ਅਤੇ ਪਲਟੀ ਮਾਰ ਲਈ। ਉਹਨਾਂ ਕਿਹਾ ਕਿ ਜਿੱਥੋਂ ਤੱਕ ਹਰਸਿਮਰਤ ਦਾ ਸਵਾਲ ਹੈ, ਉਸਨੇ ਤਾਂ ਫੇਸਬੁੱਕ ਤੇ ਇੱਕ ਵੀਡੀਓ ਅਪਲੋਡ ਕਰਕੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ, ਖੇਤੀ ਆਰਡੀਨੈਂਸਾਂ ਦੀ ਹਮਾਇਤ ਕੀਤੀ ਸੀ, ਜਿਸ ਵਿੱਚ ਉਸਨੇ ਇਹਨਾਂ ਖੇਤੀ ਕਾਨੂੰਨਾਂ ਨੂੰ ਕਿਸਾਨ ਪੱਖੀ ਦੱਸਿਆ ਸੀ। ਸੱਤਾਧਾਰੀ ਬੈਂਚਾਂ ਦੇ ਵੱਲੋਂ ਲਾਏ ਜਾ ਰਹੇ ਸ਼ਰਮ ਕਰੋ ਦੇ ਨਾਅਰਿਆਂ ਦੌਰਾਨ ਮੁੱਖ ਮੰਤਰੀ ਨੇ ਇੱਥੋਂ ਤੱਕ ਆਖ ਦਿੱਤਾ ਕਿ ਯੂ ਟਰਨ ਲੈਣ ਤੋਂ ਪਹਿਲਾਂ ਅਕਾਲੀਆਂ ਨੇ ਕੇਂਦਰੀ ਕਾਨੂੰਨਾਂ ਦੇ ਖਿਲਾਫ ਉਹਨਾਂ ਦੀ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਲਿਆਂਦੇ ਮਤੇ ਦਾ ਸਮਰਥਨ ਕੀਤਾ ਅਤੇ ਇਸ ਨੂੰ ਰਾਜਪਾਲ ਨੂੰ ਸੌਂਪਣ ਲਈ ਉਹਨਾਂ ਨਾਲ ਰਾਜ ਭਵਨ ਤੱਕ ਚੱਲ ਕੇ ਵੀ ਗਏ। ਉਹਨਾਂ ਅੱਗੇ ਕਿਹਾ ਕਿ ਕੇਂਦਰੀ ਮੰਤਰੀਆਂ ਹਰਦੀਪ ਪੁਰੀ ਅਤੇ ਸੋਮ ਪ੍ਰਕਾਸ਼ ਵੀ ਸਪਸ਼ਟ ਕਰ ਚੁੱਕੇ ਹੈ ਕਿ ਖੇਤੀ ਆਰਡੀਨੈਂਸ ਪਾਸ ਕਰਨ ਮੌਕੇ ਬੀਬਾ ਹਰਸਿਮਰਤ ਬਾਦਲ ਵੀ ਕੈਬਨਿਟ ਮੀਟਿੰਗ ਦਾ ਹਿੱਸਾ ਸਨ ਅਤੇ ਉਹਨਾਂ ਨੇ ਕੋਈ ਇਤਰਾਜ਼ ਵੀ ਨਹੀਂ ਸੀ ਪ੍ਰਗਟਾਇਆ। ਉਂਝ ਇੱਥੇ ਗੱਲ ਦੱਸਣੀ ਬਣਦੀ ਹੈ ਕਿ ਜਿਹੜਾ ਅੱਜ ਸਰਬਸੰਮਤੀ ਦੇ ਨਾਲ ਮਤਾ ਇਹਨਾਂ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ ਪਾਸ ਕੀਤਾ ਗਿਆ, ਇਹ ਮਤਾ ਪਾਸ ਕਰਨ ਤੋਂ ਪਹਿਲਾਂ ਹੀ ਅਕਾਲੀ ਵਿਧਾਇਕਾਂ ਦੇ ਸਪੀਕਰ ਦੇ ਵੱਲੋਂ ਮੁਅੱਤਲੀ ਦੇ ਹੁਕਮ ਸੁਣਾਏ ਜਾ ਚੁੱਕੇ ਸੀ, ਜਦੋਂ ਕਿ ਆਪ ਮੈਂਬਰ ਵੋਟਿੰਗ ਤੋਂ ਪਹਿਲਾਂ ਵਾਕਆਊਟ ਕਰ ਚੁੱਕੇ ਸਨ।
ਵਿਧਾਨ ਸਭਾ ਵਿੱਚ ਹਾਲਾਂਕਿ ਪਹਿਲਾਂ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਮਤਾ ਪਾਸ ਹੋ ਚੁੱਕਿਆ ਹੈ, ਪਰ ਅੱਜ ਮੁੜ ਵਿਧਾਨ ਸਭਾ ਨੇ ਇਹ ਮਤਾ ਪਾਸ ਕੀਤਾ। ਲੋਕ ਇਨਸਾਫ ਪਾਰਟੀ ਅਤੇ ਆਪ ਦੇ ਬਾਗੀ ਵਿਧਾਇਕਾਂ ਨੇ ਸਦਨ ਦੇ ਵਿੱਚ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਪੇਸ਼ ਇਸ ਮਤੇ ਦੀ ਹਮਾਇਤ ਦੇ ਵਿੱਚ ਵੋਟ ਪਾਈ, ਹਮਾਇਤ ਕੀਤੀ। ਹੁਣ ਤੁਸੀਂ ਦੇਖੋ ਕਿ ਸਿਆਸਤ ਹਰ ਇੱਕ ਥਾਂ ਤੇ ਆਪਣੇ ਪੈਂਤੜੇ ਆਪਣੇ ਰੰਗ ਦਿਖਾਉਂਦੀ ਹੈ। ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਪਹਿਲਾਂ ਬੀਬਾ ਬਾਦਲ ਨੇ ਵੀ, ਸੁਖਬੀਰ ਬਾਦਲ ਨੇ ਵੀ, ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਦਾ ਵੀ ਇੱਕ ਵੀਡੀਓ ਬਣਵਾ ਕੇ ਅਪਲੋਡ ਕੀਤਾ ਗਿਆ ਸੀ, ਵਾਇਰਲ ਕੀਤਾ ਗਿਆ ਸੀ ਕਿ ਕਾਨੂੰਨ ਚੰਗੇ ਨੇ। ਇਹ ਗੱਲ ਬਿਲਕੁਲ ਮੁੱਖ ਮੰਤਰੀ ਦੀ ਸਹੀ ਹੈ ਕਿ ਜਦੋਂ ਦੇਖਿਆ ਕਿ ਪੰਜਾਬ ਦੇ ਵਿੱਚ ਕਿਸਾਨੀ ਜਿਹੜਾ ਸਾਡਾ ਕੇਡਰ ਆ ਉਹ ਤਾਂ ਟੁੱਟਦਾ ਜਾ ਰਿਹਾ ਹੈ, ਇਹਨਾਂ ਕਾਨੂੰਨਾਂ ਦੇ ਖਿਲਾਫ ਖੜਾ ਹੋ ਗਿਆ। ਭਾਵੇਂ ਦੇਰ ਨਾਲ ਹੀ ਪਰ ਦਰੁਸਤ ਆਏ, ਪਾਰਟੀ ਵੀ ਛੱਡਣ ਵਾਸਤੇ ਮਜਬੂਰ ਹੋਣਾ ਪਿਆ। ਜਿਹੜੀ ਵਜ਼ੀਰੀ ਪਿੱਛੇ ਪਤਾ ਨਹੀਂ ਕਿਹੜੇ ਕਿਹੜੇ ਪਾਪੜ ਵੇਲਣੇ ਪਏ ਹੋਣਗੇ, ਉਹ ਵਜ਼ੀਰੀ ਨੂੰ ਵੀ ਠੋਕਰ ਮਾਰਨੀ ਪਈ ਜਾਂ ਮਜਬੂਰੀ 'ਚ ਛੱਡਣੀ ਪਈ। ਹੁਣ 22 ਵਰ੍ਹੇ ਪੁਰਾਣਾ ਚੱਲਦਾ ਗੱਠਜੋੜ ਤੋੜਨਾ ਪਿਆ। ਪਰ ਅੱਜ ਆ ਖਰੀਆਂ ਇੱਕ ਵਾਰੀ ਫੇਰ ਕੈਪਟਨ ਅਮਰਿੰਦਰ ਸਿੰਘ ਨੇ ਸੁਣਾਈਆਂ ਨੇ। ਪਰ ਕੈਪਟਨ ਅਮਰਿੰਦਰ ਸਿੰਘ ਵੀ ਕੋਈ ਬਹੁਤੇ ਦੁੱਧ ਧੋਤੇ ਨਹੀਂ। ਕੈਪਟਨ ਅਮਰਿੰਦਰ ਸਿੰਘ ਅੱਜ ਅਕਤੂਬਰ ਤੋਂ ਬਾਅਦ ਤੁਸੀਂ ਦੇਖੋ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ ਵਿੱਚ ਆ ਕੇ ਲਗਭਗ 6 ਮਹੀਨਿਆਂ ਬਾਅਦ ਦੁਬਾਰਾ ਮਤਾ ਪਾਸ ਕਰਦੇ ਆ। 6 ਮਹੀਨਿਆਂ ਦੇ ਵਿੱਚ ਕਿਉਂ ਨਹੀਂ ਮਤਾ ਪਾਸ ਕੀਤਾ? ਦੁਬਾਰਾ ਕਿਉਂ ਨਹੀਂ ਫੇਰ ਪ੍ਰੈਸ਼ਰ ਸਰਕਾਰ ਤੇ, ਕੇਂਦਰ ਸਰਕਾਰ ਤੇ ਬਣਾਉਣ ਦੀ ਕੋਸ਼ਿਸ਼ ਕੀਤੀ? ਕਿਉਂ ਨਹੀਂ ਮੁੱਖ ਮੰਤਰੀ ਨਾਲ ਕਦੇ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ? ਕਿਉਂਕਿ ਕਿਸਾਨ ਉਹਨਾਂ ਦੇ ਨੇ, ਪੰਜਾਬ ਦੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਹੈ। ਕਿਤੇ ਨਾ ਕਿਤੇ ਸਾਰੀ ਸਿਆਸਤ ਕਰਨ ਦੀ ਕਿਤੇ ਨਾ ਕਿਤੇ ਫਿਰਾਕ ਵਿੱਚ ਰਹਿੰਦੀ ਆ ਕਿ ਜਿੱਥੇ ਕਿਤੇ ਵੀ ਦਾ ਲੱਗੇ ਲਾ ਜ਼ਰੂਰ ਲਈਏ, ਵਿਰੋਧੀਆਂ ਨੂੰ ਠਿੱਬੀ ਜ਼ਰੂਰ ਲਾ ਦਈਏ। ਅਗਲੀ ਖਬਰ ਬਹੁਤ ਵੱਡੀ ਖਬਰ ਆਖੀ ਜਾ ਸਕਦੀ ਹੈ, ਕਿਉਂਕਿ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਇੱਕ ਸਮਾਗਮ ਕੀਤਾ ਗਿਆ। ਇਸ ਦੌਰਾਨ ਜਥੇਬੰਦੀ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਉਚੇਚੇ ਤੌਰ ਤੇ ਪਹੁੰਚੇ ਹੋਏ ਸੀ। ਪ੍ਰੈਸ ਕਾਨਫਰੰਸ ਦੌਰਾਨ ਡੱਲੇਵਾਲ ਸਾਹਿਬ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਇਹ ਦੱਸਦਾ, ਇਹ ਦਰਸਾਉਂਦਾ ਕਿ ਹੁਣ ਸਰਕਾਰ ਇਕੱਠ ਤੋਂ ਡਰਨ ਲੱਗੀ ਹੈ। ਤੋਮਰ ਦਾ ਬਿਆਨ ਕਿ ਇਕੱਠ ਨਾਲ ਕਾਨੂੰਨ ਵਾਪਸ ਨਹੀਂ ਹੋਣੇ, ਇਹ ਡਰ ਦੇ ਵਿੱਚੋਂ ਪੈਦਾ ਹੋਇਆ ਬਿਆਨ ਹੈ। ਡੱਲੇਵਾਲ ਸਾਹਿਬ ਨੇ ਕਿਹਾ ਕਿ ਸਾਡੀ ਲੜਾਈ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਹੈ। ਇਸ ਵਾਸਤੇ ਹੋ ਸਕਦਾ ਕਿ ਉਹਨਾਂ ਨੀਤੀਆਂ ਨੂੰ ਜਿੰਨੀ ਦੇਰ ਤੱਕ ਤਬਦੀਲ ਸਰਕਾਰ ਨਹੀਂ ਕਰਦੀ, ਸੰਘਰਸ਼ ਲੰਬਾ ਚਲਾਉਣਾ ਪਵੇ। ਉਹ ਕਹਿੰਦੇ ਸੰਘਰਸ਼ ਭਾਵੇਂ ਲੰਬਾ ਚੱਲੇ, ਪਰ ਆਖਰਕਾਰ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨੇ ਹੀ ਪੈਣਗੇ। ਲੱਖਾ ਸਿਧਾਣਾ ਦੇ ਮਾਮਲੇ ਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਲੱਖਾ ਤੇ ਸਾਡਾ ਬੱਚਾ ਹੈ। ਮਹਿਰਾਜ ਦੇ ਵਿੱਚ ਜੋ ਵੀ ਪ੍ਰੋਗਰਾਮ ਹੋਇਆ ਸੀ, ਉਸ ਵਿੱਚ ਕਿਸਾਨ ਜਥੇਬੰਦੀਆਂ ਦੇ ਵਿਰੁੱਧ ਕਹਿੰਦੇ ਉਸਨੇ ਕੁਝ ਨਹੀਂ ਆਖਿਆ। ਪਰ ਫਿਰ ਉਹਨਾਂ ਨੂੰ ਦੀਪ ਸਿੱਧੂ ਦੇ ਬਾਰੇ ਪੁੱਛ ਲਿਆ ਗਿਆ। ਦੀਪ ਸਿੱਧੂ ਦੇ ਮਾਮਲੇ ਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸ਼ੁਰੂ ਤੋਂ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿੱਢੇ ਸੰਘਰਸ਼ ਦਾ ਉਹ ਹਿੱਸਾ ਹੈ ਹੀ ਨਹੀਂ ਸੀ। ਡੱਲੇਵਾਲ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣਾ ਅਤੇ ਅਸੀਂ ਉਹ ਰੱਦ ਕਰਵਾ ਕੇ ਹੀ ਰਹਾਂਗੇ। ਤੇ 5 ਰਾਜਾਂ ਦੇ ਵਿੱਚ ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ, ਇਹਨਾਂ ਚੋਣਾਂ ਦੇ ਦੌਰਾਨ ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਇਹਨਾਂ ਰਾਜਾਂ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਵਰਤਾਓ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਵਾਉਣਗੀਆਂ। ਤੇ ਰਾਕੇਸ਼ ਟਕੈਤ ਦੇ ਬਿਆਨ ਉਹ ਵੀ ਇਸ ਵਕਤ ਦੱਸਣ ਵਾਲੇ ਨੇ, ਕਿਉਂਕਿ ਰਾਕੇਸ਼ ਟਕੈਤ ਦੇ ਬਿਆਨ ਤੇ ਭਾਜਪਾ ਦੇ ਆਗੂ ਉਹਨਾਂ ਨੇ ਆਖਿਆ ਕਿ ਬਾਗੀ ਹੋਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਦੇਸ਼ ਦੇ ਵਿੱਚ ਜਿਹੜਾ ਇਸ ਵਕਤ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਉਹ ਸਰਕਾਰ ਵੱਲੋਂ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਰਾਕੇਸ਼ ਟਕੈਤ ਦਾ ਬਿਆਨ ਇੱਕ ਹੋਰ ਵੀ ਆਇਆ, ਉਹ ਕਹਿੰਦੇ ਤੁਹਾਡੀ ਕਣਕ ਆਉਣ ਵਾਲੀ ਹੈ, ਕਣਕ ਲੈ ਕੇ ਸੰਸਦ ਦੇ ਸਾਹਮਣੇ ਜਾ ਕੇ ਵੇਚਿਓ। ਜੇ ਕਹਿੰਦੇ ਤੁਹਾਨੂੰ ਕੋਈ ਪੁੱਛੇ ਕਿਹੋ ਕਿ ਖੁੱਲੀ ਮੰਡੀ ਹੈ ਬਈ, ਅਸੀਂ ਇੱਥੇ ਆ ਕੇ ਮੰਡੀ ਲਾ ਲਈ। ਤੁਸੀਂ ਦੇਖੋ ਕਿ ਸਰਕਾਰ ਤੇ ਦਬਾਅ ਬਣਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਨੇ। ਸੋ ਵੇਖਦੇ ਹਾਂ ਕਿ ਸਰਕਾਰ ਅਤੇ ਕਿਸਾਨਾਂ ਦੇ ਦਰਮਿਆਨ ਇਹ ਗੱਲਬਾਤ ਦੁਬਾਰਾ ਮੁੜ ਕਦੋਂ ਸ਼ੁਰੂ ਹੁੰਦੀ ਹੈ। ਸੋ ਦੋਸਤੋ, ਅੱਜ ਦੀਆਂ ਇਹ ਕੁਝ ਖਬਰਾਂ ਸਨ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਇਹ ਚੰਗੀਆਂ ਲੱਗੀਆਂ ਹੋਣਗੀਆਂ। ਸੋ ਜਾਣਕਾਰੀਆਂ ਪੁਖਤਾ ਲੱਗੀਆਂ ਨੇ, ਚੰਗੀਆਂ ਲੱਗੀਆਂ ਨੇ, ਕਿਰਪਾ ਕਰਕੇ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਜ਼ਰੂਰ ਛੱਡਿਓ। ਤੁਹਾਡੇ ਧੰਨਵਾਦੀ ਹੋਵਾਂਗੇ। ਹੁਣ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।